हेलो डियर स्टूडेंट। आज आप क्लास 6 का चैप्टर 9 लिविंग ऑर्गेनिज्म एंड देयर सराउंडिंग्स पढ़ांगे। ਸਜੀਵ ਵਸਤੂਆਂ ਅਤੇ ਉਹਨਾਂ ਦਾ ਆਲਾ ਦੁਆਲਾ। ਬੇਟਾ ਜੀ ਲਿਵਿੰਗ ਥਿੰਗਸ ਦੇ ਬਾਰੇ ਤੁਸੀਂ ਸੁਣਿਆ ਹੋਏਗਾ ਜਾਂ ਦੇਖਿਆ ਹੋਏਗਾ। ਲਿਵਿੰਗ ਥਿੰਗਸ ਉਸ ਨੂੰ ਕਹਿੰਦੇ ਹਨ ਜਿਹੜੇ ਜੀ ਗਰੋ ਕਰਦੇ ਨੇ, ਰਿਪਰੋਡਕਸ਼ਨ ਕਰਦੇ ਨੇ, ਰਿਸਪਾਇਰ ਕਰਦੇ ਨੇ, ਸਾਹ ਲੈਂਦੇ ਨੇ, ਉਹਨਾਂ ਨੂੰ ਆਪਾਂ ਲਿਵਿੰਗ ਥਿੰਗਸ ਕਹਿੰਦੇ ਆ। ਔਰ ਜਿਹੜੇ ਨॉन ਲਿਵਿੰਗ ਥਿੰਗਸ ਹੈ ਇਹ ਨਾ ਜੀ ਗਰੋ ਕਰਦੇ ਨੇ, ਨਾ ਸਾਹ ਲੈਂਦੇ ਨੇ ਤੇ ਨਾ ਹੀ ਇਹਨਾਂ ਦੀ ਰਿਪਰੋਡਕਸ਼ਨ ਹੁੰਦੀ ਹੈ, ਯਾਨੀ ਕਿ ਆਪਣੇ ਵਰਗੇ ਜਿਹੜੇ ਆ ਹੋਰ ਜੀਵ ਪੈਦਾ ਨਹੀਂ ਕਰਦੇ। ਅਸੀਂ ਉਸਨੂੰ ਕੀ ਕਹਿੰਦੇ ਆ? ਨॉन ਲਿਵਿੰਗ ਥਿੰਗਸ। ਤੁਸੀਂ ਦੇਖ ਰਹੇ ਹੋ ਲਿਵਿੰਗ ਥਿੰਗਸ ਜਿਹੜੇ ਨੇ ਕਿਹੜੀ ਕਿਹੜੀ ਕੈਟਾਗਰੀ ਆ ਰਹੀ ਹੈ। ਦੇਖੋ ਜੀ, ਪਲਾਂਟਸ ਆ ਰਹੇ ਹੈ, ਐਨੀਮਲਸ ਆ ਰਹੇ ਹੈ, ਹਿਊਮਨ ਬੀਇੰਗਸ ਆ ਰਹੇ, ਇਨਸੈਕਟਸ ਆ ਰਹੇ ਨੇ, ਉਸ ਨੂੰ ਆਪਾਂ ਲਿਵਿੰਗ ਥਿੰਗਸ ਕਹਿੰਦੇ ਆ। ਸੋ ਡਿਫਰੈਂਸ ਹੈ ਜੀ ਲਿਵਿੰਗ ਔਰ ਨॉन ਲਿਵਿੰਗ ਥਿੰਗਸ ਦੇ ਵਿੱਚ। ਫਰਸਟ ਹੈ ਜੀ ਮੂਵਮੈਂਟ। ਮੂਵਮੈਂਟ ਮੀਨਸ ਇਹ ਚੱਲ ਫਿਰ ਸਕਦੇ ਨੇ, ਇਹਨਾਂ ਦੀ ਬਾਡੀ ਦੇ ਵਿੱਚ ਮੂਵਮੈਂਟ ਹੁੰਦੀ ਹੈ। ਨॉन ਲਿਵਿੰਗ ਜਿਹੜੇ ਹੈ ਉਹ ਮੂਵ ਨਹੀਂ ਕਰਦੇ। ਜਿਸ ਤਰ੍ਹਾਂ ਟੇਬਲ ਹੈ ਤਾਂ ਉਹ ਆਪਣੀ ਜਗ੍ਹਾ ਤੇ ਪਿਆ ਹੀ ਰਹੇਗਾ, ਉਹ ਇੱਕ ਥਾਂ ਤੋਂ ਦੂਜੀ ਥਾਂ ਤੇ ਚੱਲ ਨਹੀਂ ਸਕਦਾ। ਗਰੋਥ, ਲਿਵਿੰਗ ਥਿੰਗਸ ਦੇ ਵਿੱਚ ਗਰੋਥ ਹੁੰਦੀ ਹੈ। ਤੁਸੀਂ ਛੋਟੇ ਜਿਹੇ ਬੇਬੀ ਸੀਗੇ, ਹੁਣ ਤੁਸੀਂ ਕਿੰਨੇ ਵੱਡੇ ਹੋ ਗਏ ਹੋ। ਤੇ ਜੇਕਰ ਅਸੀਂ ਕੋਈ ਟੈਡੀ ਬੀਅਰ ਜਾਂ ਕੋਈ ਚੇਅਰ ਦੀ ਗੱਲ ਕਰੀਏ ਤਾਂ ਉਹ ਗਰੋ ਨਹੀਂ ਕਰਦੀ, ਉਹ ਐਜ਼ ਇਟ ਇਜ਼ ਹੀ ਰਹਿੰਦੀ ਹੈ। ਤੇ ਲਿਵਿੰਗ ਥਿੰਗਸ ਜਿਹੜੇ ਉਹ ਆਪਣੇ ਵਰਗੇ ਪਲਾਂਟਸ ਹੈ ਉਹ ਹੋਰ ਨਵੇਂ ਪੈਦਾ ਕਰ ਸਕਦੇ ਨੇ, ਜਾਂ ਹਿਊਮਨ ਬੀਇੰਗਸ ਜਿਹੜੇ ਆ ਨਵੇਂ ਪੈਦਾ ਹੋ ਜਾਂਦੇ ਨੇ। ਪਰ ਨॉन ਲਿਵਿੰਗ ਥਿੰਗਸ ਦੇ ਵਿੱਚ ਇਹ ਚੀਜ਼ ਨਹੀਂ ਹੁੰਦੀ ਹੈ। ਸੈਂਸਿਟੀਵਿਟੀ, ਲਿਵਿੰਗ ਥਿੰਗਸ ਜਿਸ ਤਰ੍ਹਾਂ ਤੁਸੀਂ ਕੁਝ ਫੀਲ ਕਰ ਸਕਦੇ ਹੋ, ਗਰਮੀ ਸਰਦੀ ਨੂੰ ਤੁਸੀਂ ਮਹਿਸੂਸ ਕਰਦੇ ਹੋ। ਨॉन ਲਿਵਿੰਗ ਥਿੰਗਸ ਜਿਸ ਤਰ੍ਹਾਂ ਕਿ ਚੇਅਰ ਹੈ, ਪਲਾਸਟਿਕ ਦੀ ਚੇਅਰ ਹੈ, ਉਹ ਬਾਹਰ ਪਈ, ਉਹਨੂੰ ਕੋਈ ਗਰਮੀ ਕੋਈ ਸਰਦੀ ਕੁਝ ਫੀਲ ਨਹੀਂ ਹੁੰਦਾ। ਰਿਸਪਾਇਰ, ਲਿਵਿੰਗ ਜਿਹੜੇ ਨੇ ਸਾਹ ਲੈਂਦੇ ਨੇ, ਜਿਸ ਤਰ੍ਹਾਂ ਤੁਸੀਂ ਸਾਹ ਲੈਂਦੇ ਹੋ। ਪਰ ਨॉन ਲਿਵਿੰਗ ਥਿੰਗਸ ਨੂੰ ਸਾਹ ਲੈਣ ਦੀ ਕੋਈ ਜ਼ਰੂਰਤ ਨਹੀਂ ਹੁੰਦੀ। ਐਕਸਕ੍ਰੀਸ਼ਨ, ਇਹ ਆਪਣਾ ਵੇਸਟ ਮਟੀਰੀਅਲ ਜਿਹੜਾ ਹੈ ਬਾਹਰ ਕੱਢਦੇ ਆ, ਜਿਸ ਤਰ੍ਹਾਂ ਤੁਸੀਂ ਯੂਰਨ ਪਾਸ ਆਊਟ ਕਰਦੇ ਹੋ, ਪਸੀਨਾ ਨਿਕਲਦਾ ਹੈ, ਇਹ ਸਾਰੀਆਂ ਐਕਸਕ੍ਰੀਟ ਜਿਹੜਾ ਹੈ ਕਰਦੇ ਨੇ ਵੇਸਟ ਮਟੀਰੀਅਲ। ਲਿਵਿੰਗ ਥਿੰਗਸ ਦੇ ਵਿੱਚ ਇਹ ਚੀਜ਼ ਕੁਝ ਨਹੀਂ ਹੁੰਦੀ। ਨਿਊਟ੍ਰੀਸ਼ਨ, ਲਿਵਿੰਗ ਥਿੰਗਸ ਨੂੰ, ਲਿਵਿੰਗ ਬੀਇੰਗਸ ਨੂੰ ਫੂਡ ਦੀ ਜਿਹੜੀ ਹੈ ਉਹ ਜ਼ਰੂਰਤ ਹੁੰਦੀ ਹੈ, ਔਰ ਨॉन ਲਿਵਿੰਗ ਬੀਇੰਗਸ ਨੂੰ ਜਿਹੜੀ ਹੈ ਦੀ ਲੋੜ ਨਹੀਂ ਹੁੰਦੀ। ਸੋ ਅਸੀਂ ਪੜ੍ਹਿਆ ਲਿਵਿੰਗ ਔਰ ਨॉन ਲਿਵਿੰਗ ਬੀਇੰਗਸ ਦੇ ਵਿੱਚ ਕੀ ਡਿਫਰੈਂਸ ਹੈ। ਕਰੈਕਟਰਿਸਟਿਕਸ ਆਫ ਲਿਵਿੰਗ ਬੀਇੰਗਸ, ਆਲ ਜਿਹੜੇ ਲਿਵਿੰਗ ਆਰਗੇਨਿਜ਼ਮ ਨੇ ਉਹ ਕਿਹਦੇ ਨਾਲ ਮਿਲ ਕੇ ਬਣੇ ਹੋਏ ਨੇ? ਸਮਾਲ ਯੂਨਿਟ, ਜਿਸ ਨੂੰ ਆਪਾਂ ਕੀ ਕਹਿੰਦੇ ਆ? ਸੈਲਸ ਕਹਿੰਦੇ ਆ। ਜਿਹੜੇ ਆਰਗੇਨਿਜ਼ਮ ਸਿਰਫ ਇੱਕ ਸੈੱਲ ਦੇ ਨਾਲ ਮਿਲ ਕੇ ਬਣੇ ਹੁੰਦੇ ਨੇ ਉਹਨਾਂ ਨੂੰ ਆਪਾਂ ਯੂਨੀਸੈਲੂਲਰ ਯਾਨੀ ਕਿ ਇੱਕ ਸੈਲੀ ਜੀਵ ਕਹਿੰਦੇ ਆ। ਫੋਰ ਐਗਜ਼ਾਮਪਲ ਅਮੀਬਾ, ਪੈਰਾਮੀਸ਼ੀਅਮ, ਇਹ ਜਿਹੜੇ ਨੇ ਇਹ ਯੂਨੀਸੈਲੂਲਰ ਨੇ। ਔਰ ਜਿਹੜੇ ਆਰਗੇਨਿਜ਼ਮ ਬਹੁਤ ਸਾਰੇ ਸੈੱਲਾਂ ਦੇ ਨਾਲ ਮਿਲ ਕੇ ਬਣੇ ਹੁੰਦੇ ਨੇ, ਮੇਡ ਅਪ ਆਫ ਮਲਟੀ ਸੈੱਲ, that is called multicellular organism, ਜਿਸ ਤਰ੍ਹਾਂ ਕਿ ਤੁਸੀਂ ਹਿਊਮਨ ਬੀਇੰਗਸ, ਕੈਟ, ਨਿਊ ਬੋਰਨ ਬੇਬੀ, ਇਹ ਕਿਹੜੇ ਆ ਜਾਂਦੇ ਨੇ? ਮਲਟੀ ਸੈਲਰਸ। ਜਿੰਨੇ ਆਲ ਲਿਵਿੰਗ ਬੀਇੰਗਸ ਅਸੀਂ ਪੜ੍ਹਿਆ ਕੀ ਕਰਦੇ ਨੇ? ਗਰੋ ਕਰਦੇ ਨੇ। ਔਰ ਆਲ ਲਿਵਿੰਗ ਬੀਇੰਗਸ ਨੂੰ ਕਿਹਦੀ ਲੋੜ ਹੁੰਦੀ ਹੈ ਜੀ? ਫੂਡ ਦੀ ਲੋੜ ਹੁੰਦੀ ਹੈ। ਔਰ ਇਹ ਰਿਸਪੌਂਡ ਕਰਦੇ ਨੇ ਸਟਿਮੂਲਸ, ਯਾਨੀ ਕਿ ਉਹ ਇਨਵਾਇਰਮੈਂਟ ਦੇ ਅਕੋਰਡਿੰਗ ਉਹਨਾਂ ਨੂੰ ਰਿਸਪੌਂਡ ਕਰਦੇ ਨੇ, ਜਿਸ ਨੂੰ ਆਪਾਂ ਸਟਿਮੂਲਸ ਵੀ ਕਹਿੰਦੇ ਹਾਂ। ਜਿਸ ਤਰ੍ਹਾਂ ਆਂਟਸ ਨੂੰ ਅਗਰ ਕੋਈ ਮਿੱਠਾ ਮਿਲ ਜੇ ਤਾਂ ਉਹਦੀ ਖੁਸ਼ਬੂ ਦੇ ਨਾਲ ਹੀ ਉਧਰ ਨੂੰ ਸਾਰੀਆਂ ਜਿਹੜੀਆਂ ਆਂਟਸ ਹੈ, ਕੀੜੀਆਂ ਜਿਹੜੀਆਂ ਨੇ ਚੱਲਣ ਲੱਗ ਪੈਂਦੀਆਂ ਨੇ। ਔਰ ਇਹਨਾਂ ਦਾ ਜਿਹੜੇ ਵੀ ਲਾਈਫ ਸਪੈਨ ਹੈ, ਯਾਨੀ ਕਿ ਜੀਵਨ ਕਾਲ ਹੈ ਲਿਵਿੰਗ ਬੀਇੰਗਸ ਦਾ, ਉਹਨਾਂ ਦਾ ਡੈਫੀਨੇਟ ਇੱਕ ਸਪੈਨ ਹੈ, ਇੱਕ ਟਾਈਮ ਹੈ। ਜਿਸ ਤਰ੍ਹਾਂ ਬੈਕਟੀਰੀਆ ਉਹ 20 ਮਿੰਟਸ ਤੱਕ ਹੀ ਰਹਿ ਸਕਦਾ ਹੈ। ਹਾਊਸ ਫਲਾਈ 1 to 4 ਈਅਰ ਤੱਕ ਜੀ ਸਕਦੀ ਹੈ। ਹੋਰਸ 25 ਤੋਂ 30 ਸਾਲ। ਡੌਗ ਦੀ ਏਜ ਜਿਹੜੀ ਹੈ 15 to 18 ਈਅਰਸ। ਐਸੇ ਤਰੀਕੇ ਲਾਇਨ 20 to 25। ਔਰ ਜਿਹੜਾ ਮੈਨ ਹੈ 80 to 100 ਈਅਰਸ ਤੱਕ ਜਿਹੜਾ ਹੈ ਉਹ ਉਹਦਾ ਲਾਈਫ ਸਪੈਨ ਹੈ। ਔਰ ਜਿੰਨੇ ਵੀ ਲਿਵਿੰਗ ਆਰਗੇਨਿਜ਼ਮ ਹੈ ਉਹ ਨਵੇਂ ਜਿਹੜੇ ਹੈ ਰਿਪਰੋਡਿਊਸ ਕਰਦੇ ਨੇ। ਆਪਣੇ ਵਰਗੇ ਜਿਹੜੇ ਹੈ ਐਨੀਮਲਸ ਵਗੈਰਾ ਹੈ ਉਹਨਾਂ ਦੀ ਰਿਪਰੋਡਕਸ਼ਨ ਹੁੰਦੀ ਹੈ। ਐਸੇ ਤਰੀਕੇ ਦੇ ਨਾਲ ਜਿਹੜੇ ਪਲਾਂਟਸ ਹੈ ਉਹ ਵੀ ਰਿਪਰੋਡਿਊਸ ਕਰਦੇ ਨੇ, ਕਿੱਥੋਂ? ਰੂਟ ਤੋਂ, ਸਟੈਮ ਤੋਂ ਔਰ ਲੀਵ ਤੋਂ। ਔਰ ਇਹ ਕੀ ਲੈਂਦੇ ਨੇ?
ਸਾਹ ਲੈਂਦੇ ਨੇ, ਰਿਸਪਾਇਰ ਕਰਦੇ ਨੇ। ਜਿਹੜੇ ਪਲਾਂਟਸ ਹੈ ਜੀ ਉਹ ਆਕਸੀਜਨ ਛੋੜਦੇ ਹੈ ਔਰ ਕਾਰਬਨ ਡਾਈਆਕਸਾਈਡ ਲੈਂਦੇ ਨੇ, ਤੇ ਜਿਹੜੇ ਹਿਊਮਨ ਬੀਇੰਗਸ ਹੈ ਉਹ ਕਾਰਬਨ ਡਾਈਆਕਸਾਈਡ ਛੋੜਦੇ ਨੇ ਔਰ ਆਕਸੀਜਨ ਲੈਂਦੇ ਨੇ। ਸੋ the process of taking oxygen in combining with food and throwing out carbon dioxide is known as a respiration। ਔਰ ਪਲਾਂਟਸ ਦੇ ਵਿੱਚ ਜਿਹੜੀ ਹੈ ਰੈਸਪੀਰੇਸ਼ਨ ਹੈ ਉਹ ਸਟੋਮੈਟਾ ਦੁਆਰਾ ਹੁੰਦੀ ਹੈ। ਸਾਰੇ ਹੀ ਐਕਸਕ੍ਰੀਟ ਜਿਹੜੇ ਵੇਸਟ ਮਟੀਰੀਅਲ ਕਰਦੇ ਨੇ during digestion, respiration। some waste products are produced ਜਿਸ ਤਰ੍ਹਾਂ ਕਿ urine, feces, sweat ਯਾਨੀ ਕਿ ਪਸੀਨਾ, ਇਹ ਸਾਰਾ ਜਿਹੜਾ ਹੈ ਬਾਹਰ ਕੱਢਦੇ ਨੇ। ਔਰ ਪਲਾਂਟਸ ਵੀ ਜਿਹੜੇ ਹੈ ਆਪਣਾ ਵੇਸਟ ਮਟੀਰੀਅਲ ਜਿਹੜਾ ਹੈ ਲੀਵਸ ਦੁਆਰਾ ਜਾਂ ਸਟੋਮੈਟਾ ਦੁਆਰਾ ਬਾਹਰ ਕੱਢਦੇ ਨੇ। ਆਲ ਲਿਵਿੰਗ ਬੀਇੰਗਸ ਜਿਹੜੇ ਹੈ, ਫਸਟ ਪੁਆਇੰਟ ਪਹਿਲਾਂ ਦੱਸਿਆ ਸੀ ਕਿ ਸ਼ੋ ਕਰਦੇ ਨੇ ਮੂਵਮੈਂਟ, ਇੱਕ ਥਾਂ ਤੋਂ ਦੂਜੀ ਥਾਂ ਤੇ ਚੱਲ ਕੇ ਜਾ ਸਕਦੇ ਨੇ। ਕੁਛ ਜਿਹੜੇ ਐਨੀਮਲਸ ਹੈ ਉਹ ਸਵਿਮ ਕਰਦੇ ਨੇ, ਪਾਣੀ 'ਚ ਤੈਰਦੇ ਨੇ, ਕੁਝ ਰੀਂਗਦੇ ਨੇ, ਕ੍ਰੋਲ ਕਰਦੇ ਨੇ, ਦੌੜਦੇ ਨੇ ਜਿਵੇਂ ਹੋਰਸ ਵਗੈਰਾ, ਔਰ ਕੁਝ ਜਿਹੜੇ ਨੇ ਫਲਾਈ ਕਰਦੇ ਨੇ। ਪਲਾਂਟਸ ਜਿਹੜੇ ਹੈ ਉਹ one place to another place ਤੱਕ ਜਿਹੜੇ ਆ ਮੂਵ ਨਹੀਂ ਕਰ ਸਕਦੇ। they show movement in some of their parts, ਜਿਸ ਤਰ੍ਹਾਂ ਉਹ ਉਹਨਾਂ ਦੀਆਂ ਬ੍ਰਾਂਚਿਸ ਜਿਹੜੀਆਂ ਨੇ ਮੂਵ ਕਰਦੀਆਂ ਨੇ। ਨੈਕਸਟ ਆ ਗਿਆ ਜੀ ਹੈਬਿਟੇਟ ਔਰ ਅਡੈਪਟੇਸ਼ਨ। ਹੈਬਿਟੇਟ ਕੀ ਹੁੰਦੀ ਹੈ? ਜਿੱਥੇ ਜਿਹੜੇ ਲਿਵਿੰਗ ਬੀਇੰਗਸ ਰਹਿੰਦੇ ਨੇ ਉਹਨਾਂ ਨੂੰ ਆਪਾਂ ਕੀ ਕਹਿੰਦੇ ਆ? ਹੈਬਿਟੇਟ। ਉਸ ਹੈਬਿਟੇਟ ਦੇ ਵਿੱਚ ਉਹ ਕੀ ਕਰਦੇ ਨੇ? ਆਪਣਾ ਫੂਡ, ਵਾਟਰ, ਏਅਰ, ਸ਼ੈਲਟਰ, ਕੰਫਰਟ, ਸੇਫਟੀ ਤੇ ਸੁਟੇਬਲ ਕੰਡੀਸ਼ਨ ਜਿਹੜੀਆਂ ਉਹਨਾਂ ਨੂੰ ਬਰੀਡਿੰਗ ਕਰਨ ਵਾਸਤੇ ਤੇ ਆਪਣੇ ਵਰਗੇ ਹੋਰ ਜਾਨਵਰ ਪੈਦਾ ਕਰਨ ਵਾਸਤੇ ਔਰ ਜਿੰਦੇ ਰਹਿਣ ਵਾਸਤੇ ਕੰਫਰਟ ਜਗ੍ਹਾ ਹੋਵੇ, ਉਸ ਨੂੰ ਕੀ ਕਹਿੰਦੇ ਆ? ਹੈਬਿਟੇਟ। ਸੋ ਹੈਬਿਟੇਟ ਦੀਆਂ ਆਪਣੀਆਂ ਫਿਜ਼ੀਕਲ ਕੰਡੀਸ਼ਨ ਨੇ ਔਰ ਸਪੈਸ਼ਲ ਟਾਈਪ ਦੀ ਉੱਥੇ ਉਹਨਾਂ ਦੇ ਕੋਲ ਵੈਜੀਟੇਸ਼ਨ ਹੈ। ਪਲਾਂਟ ਔਰ ਐਨੀਮਲਸ ਲਿਵ ਇਨ ਸਪੈਸੀਫਿਕ ਹੈਬਿਟੇਟ। ਜਿਸ ਤਰ੍ਹਾਂ ਕੈਕਟਸ ਪਲਾਂਟ ਤੁਸੀਂ ਦੇਖਿਆ ਹੋਏਗਾ, ਕੰਡਿਆਂ ਵਾਲਾ ਜਿਹੜਾ ਪੌਦਾ, ਉਹ ਕਿੱਥੇ ਸਰਵਾਈਵ ਕਰਦਾ ਹੈ? ਉਹ ਸਰਵਾਈਵ ਕਰਦਾ ਹੌਟ ਤੇ ਡਰਾਈ ਏਰੀਆ, ਜਿਸ ਤਰ੍ਹਾਂ ਕਿ ਡੈਜ਼ਰਟ ਵਿੱਚ, ਰਾਜਸਥਾਨ ਰੇਗਿਸਤਾਨ ਵਾਲੇ ਏਰੀਆ ਦੇ ਵਿੱਚ ਸਰਵਾਈਵ ਕਰਦਾ ਹੈ। ਸੋ ਜਿਹੜਾ ਹੈਬਿਟੇਟ ਹੈ ਕੈਕਟਸ ਪਲਾਂਟ ਦੀ ਉਹ ਕੀ ਹੈ ਜੀ? ਡੈਜ਼ਰਟ। ਤੇ ਫਿਸ਼ ਜਿਹੜੀ ਹੈ ਇਹ ਤੁਸੀਂ ਟੇਬਲ ਖੁਦ ਫੁੱਲ ਕਰ ਸਕਦੇ ਹੋ। ਫਿਸ਼ ਜਿਹੜੀ ਹੈ ਕਿੱਥੇ ਕਰਦੀ ਹੈ? ਪਾਣੀ ਦੇ ਵਿੱਚ। ਇਹਨੂੰ ਆਪਾਂ ਐਕੁਆਟਿਕ ਵੀ ਕਹਿ ਸਕਦੇ ਹਾਂ। ਲੋਟਸ ਜਿਹੜਾ ਹੈ, ਕਮਲ, ਉਹ ਵੀ ਪਾਣੀ 'ਚ ਲੱਗਦਾ ਹੈ। ਕੈਮਲ ਜਿਹੜਾ ਹੈ ਡੈਜ਼ਰਟ ਦੇ ਵਿੱਚ ਰਹਿੰਦਾ ਹੈ। ਟਾਈਗਰ ਕਿੱਥੇ ਰਹਿੰਦਾ ਹੈ ਜੀ? ਫੋਰੈਸਟ ਦੇ ਵਿੱਚ। ਐਸੇ ਤਰੀਕੇ ਰੋਜ਼ ਪਲਾਂਟ ਜਿਹੜਾ ਹੈ ਉਹ ਆਮ ਏਰੀਆ 'ਚ ਵੀ ਹੋ ਜਾਂਦਾ ਹੈ ਔਰ ਜੰਗਲ ਦੇ ਵਿੱਚ ਵੀ ਹੋ ਜਾਂਦਾ ਹੈ। ਸੋ ਕੰਪੋਨੈਂਟਸ ਆ ਜਿਹੜੇ ਹੈਬਿਟੇਟ ਦੇ ਉਹ ਦੋ ਨੇ ਜੀ, ਬਾਇਓਟਿਕ ਤੇ ਔਰ ਏਬਾਇਓਟਿਕ ਕੰਪੋਨੈਂਟ। ਬਾਇਓਟਿਕ ਕੰਪੋਨੈਂਟ ਦੇ ਵਿੱਚ ਕੀ ਆ ਜਾਂਦਾ? ਜਿੰਨੇ ਵੀ ਲਿਵਿੰਗ ਥਿੰਗਸ ਹੈ, ਜਿਸ ਤਰ੍ਹਾਂ ਕਿ ਪਲਾਂਟ, ਐਨੀਮਲ ਤੇ ਹਿਊਮਨ ਔਰ ਮਾਈਕਰੋ ਆਰਗੇਨਿਜ਼ਮ, ਇਹ ਜਿਹੜੇ ਨੇ ਇਹ ਬਾਇਓਟਿਕ ਕੰਪੋਨੈਂਟ ਨੇ ਇਨਵਾਇਰਨਮੈਂਟ ਦੇ। ਸੋ ਹੁਣ ਅਸੀਂ ਬਾਇਓਟਿਕ ਕੰਪੋਨੈਂਟ ਦੇ ਅੱਗੋਂ 4 ਕੈਟਾਗਰੀਜ਼ ਦੇ ਬਾਰੇ ਪੜਾਂਗੇ। ਪਹਿਲਾ ਜੀ ਹੈ ਪ੍ਰੋਡਿਊਸਰ। ਪ੍ਰੋਡਿਊਸਰ ਕਿਹੜੇ ਹੁੰਦੇ ਨੇ? ਉਹ ਆਰਗੇਨਿਜ਼ਮ ਜਿਹੜਾ ਆਪਣਾ ਖਾਣਾ ਆਪ ਬਣਾਉਂਦੇ ਨੇ। they prepare their own food, for example green plants, with the help of the photosynthesis, with the help of the sunlight। ਔਰ ਉਹ ਕੀ ਬਣਾਉਂਦੇ ਨੇ? ਆਪਣਾ ਖਾਣਾ ਖੁਦ ਬਣਾਉਂਦੇ ਨੇ, ਉਹਨਾਂ ਨੂੰ ਆਪਾਂ ਪ੍ਰੋਡਿਊਸਰ ਕਹਿੰਦੇ ਹਾਂ। ਨੈਕਸਟ ਹੈ ਜੀ ਕੰਜ਼ਿਊਮਰ, ਜਿਹੜੇ ਆਪਣਾ ਖਾਣਾ ਆਪ ਨਹੀਂ ਬਣਾ ਸਕਦੇ। ਜਿਸ ਤਰ੍ਹਾਂ ਐਨੀਮਲਸ ਆ ਗਏ, ਉਹ ਆਪਣਾ ਖਾਣਾ ਨਹੀਂ ਬਣਾ ਸਕਦੇ, ਉਹ ਡਿਪੈਂਡ ਕਰਦੇ ਨੇ ਪਲਾਂਟਸ ਦੇ ਉੱਤੇ। ਅਸੀਂ ਉਸਨੂੰ ਕੀ ਕਹਿੰਦੇ ਆ? ਕੰਜ਼ਿਊਮਰ। ਸੋ ਇਹਦੇ ਵਿੱਚ ਵੀ ਅੱਗੋਂ 3 ਕੈਟਾਗਰੀਆਂ ਨੇ। ਫਸਟ ਹੈ ਜੀ ਪ੍ਰਾਇਮਰੀ ਕੰਜ਼ਿਊਮਰ ਜਾਂ ਹਰਬੀਵੋਰਸ। ਹਰਬੀਵੋਰਸ ਉਹ ਹੁੰਦੇ ਨੇ ਜਿਹੜਾ ਸਿਰਫ ਪਲਾਂਟਸ ਖਾਂਦੇ ਨੇ, ਉਹਨਾਂ ਨੂੰ ਆਪਾਂ ਕੀ ਕਹਿੰਦੇ ਆ? ਪ੍ਰਾਇਮਰੀ ਕੰਜ਼ਿਊਮਰ। ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਗੋਟ ਹੈ ਔਰ ਕਾਓ, ਇਹ ਸਿਰਫ ਪਲਾਂਟਸ ਹੀ ਖਾਂਦੀਆਂ ਨੇ। ਸੈਕੰਡਰੀ ਕੰਜ਼ਿਊਮਰ ਜਾਂ ਕਾਰਨੀਵੋਰਸ, ਜਿਹੜੇ ਸਿਰਫ ਮਾंस ਖਾਂਦੇ ਨੇ ਜਾਂ ਅਦਰ ਐਨੀਮਲਸ ਖਾਂਦੇ ਨੇ, ਜਿਸ ਤਰ੍ਹਾਂ ਸਨੇਕ, ਫਰੋਗ, ਲਾਇਨ, ਟਾਈਗਰ, ਇਹ ਜਿਹੜੇ ਨੇ ਕਾਰਨੀਵੋਰਸ ਨੇ। ਸਕਵੈਂਜਰਸ, ਇਹ ਐਨੀਮਲਸ ਜਿਹੜੇ ਨੇ ਇਹ
डिपेंड करते हैं डेड एनिमल्स से, जिस तरह वल्चर, डॉग, मरे हुए चीज़ां ਨੂੰ ਹੀ ਉਹ ਲੈ ਜਾਂਦੇ ਨੇ ਔਰ ਇਹਦੇ ਨਾਲ ਇਹ ਸਾਡਾ ਜਿਹੜਾ ਹੈ ਇਨਵਾਇਰਨਮੈਂਟ ਹੈ ਉਹ ਕਲੀਨ ਕਰਦੇ ਨੇ। ਨੈਕਸਟ ਆ ਜਾਂਦੇ ਨੇ ਡਿਕੰਪੋਜ਼ਰ। ਡਿਕੰਪੋਜ਼ਰ ਜਿਹੜਾ ਡੈਡ ਬੋਡੀਜ਼ ਜਿਹੜੀਆਂ ਪਲਾਂਟਸ ਦੀਆਂ ਨੇ ਉਹਦੇ ਤੇ ਗਰੋ, ਉਹਦੇ ਤੇ ਡਿਪੈਂਡ ਕਰਦੇ ਨੇ, ਉਹਨਾਂ ਨੂੰ ਆਪਾਂ ਡਿਕੰਪੋਜ਼ਰ ਕਹਿ ਦਿੰਦੇ ਹਾਂ, ਜਿਸ ਤਰ੍ਹਾਂ ਕਿ ਬੈਕਟੀਰੀਆ ਤੇ ਆਪਣੇ ਫੰਗੀ। ਬੈਕਟੀ ਹੁਣ ਪੜਾਂਗੇ ਆਪਾਂ ਜੀ ਏਬਾਇਓਟਿਕ ਕੰਪੋਨੈਂਟ। ਏਬਾਇਓਟਿਕ ਕੰਪੋਨੈਂਟ ਮਤਲਬ ਨੋਨ ਲਿਵਿੰਗ। ਨੋਨ ਲਿਵਿੰਗ ਦੇ ਵਿੱਚ ਕੀ ਆ ਜਾਂਦਾ ਜੀ? ਰੌਕਸ, ਸੋਇਲ, ਏਅਰ, ਵਾਟਰ, ਸਨਲਾਈਟ ਐਂਡ ਟੈਂਪਰੇਚਰ। ਇਹਨਾਂ ਨੂੰ ਆਪਾਂ ਕੀ ਕਹਿੰਦੇ ਆ? ਏਬਾਇਓਟਿਕ ਕੰਪੋਨੈਂਟਸ। ਏਅਰ ਦੇ ਵਿੱਚ ਜਿਸ ਤਰ੍ਹਾਂ ਕਿ ਪਲਾਂਟ ਤੇ ਐਨੀਮਲਸ ਹੈ, ਇਹਨਾਂ ਨੂੰ ਜਿਉਂਦੇ ਰਹਿਣ ਲਈ ਕੀ ਲੋੜ ਹੈ? ਆਕਸੀਜਨ। ਔਰ ਗ੍ਰੀਨ ਪਲਾਂਟਸ ਨੂੰ ਕੀ ਲੋੜ ਹੈ? ਕਾਰਬਨ ਡਾਈਆਕਸਾਈਡ। ਸੋ ਏਅਰ ਜਿਹੜੀ ਹੈ ਉਹਨਾਂ ਨੂੰ ਹੈਲਪ ਕਰਦੀ ਹੈ। ਨੈਕਸਟ ਹੈ ਜੀ ਸੋਇਲ। ਸੋਇਲ ਦੇ ਵਿੱਚ ਪਾਣੀ ਵੀ ਹੈ, ਹਵਾ ਵੀ ਹੈ ਔਰ ਲਿਵਿੰਗ ਆਰਗੇਨਿਜ਼ਮ ਵੀ ਹੈ। ਸੋ ਇਹ ਕੀ ਪ੍ਰੋਵਾਈਡ ਕਰਦਾ ਹੈ? ਮਿਨਰਲਸ ਪ੍ਰੋਵਾਈਡ ਕਰਦੇ ਨੇ, ਸਨਲਾਈਟ। ਪਲਾਂਟ ਜਿਹੜਾ ਹੈ ਆਪਣਾ ਖਾਣਾ ਸਨਲਾਈਟ ਦੀ ਹੈਲਪ ਦੇ ਨਾਲ ਬਣਾਉਂਦੇ ਨੇ। ਵਾਟਰ ਜਿਹੜਾ ਹੈ ਸਾਰਿਆਂ ਲਈ ਬਹੁਤ ਇੰਪੋਰਟੈਂਟ ਹੈ, ਪਲਾਂਟਸ ਵਾਸਤੇ ਵੀ ਔਰ ਐਨੀਮਲਸ ਵਾਸਤੇ ਵੀ। ਟੈਂਪਰੇਚਰ, ਸਾਰੇ ਜਿੰਨੇ ਵੀ ਲਿਵਿੰਗ ਆਰਗੇਨਿਜ਼ਮ ਹੈ ਉਹ ਇੱਕ ਸਪੈਸੀਫਿਕ ਟੈਂਪਰੇਚਰ ਤੇ ਹੀ ਸਰਵਾਈਵ ਕਰ ਸਕਦੇ ਨੇ। ਤੁਸੀਂ ਦੇਖਿਆ ਹੋਏਗਾ ਬਹੁਤੀ ਠੰਡ 'ਚ ਵੀ ਬਹੁਤ ਲੋਕਾਂ ਦੀ ਡੈਥ ਹੋ ਜਾਂਦੀ ਹੈ ਔਰ ਬਹੁਤ ਗਰਮੀ ਦੇ ਵਿੱਚ ਵੀ ਬਹੁਤ ਜਿਹੜੇ ਲੋਕਾਂ ਦੀ ਡੈਥ ਹੋ ਜਾਂਦੀ ਹੈ। ਹੁਣ ਟਾਈਪਸ ਪੜ੍ਹਨੀਆਂ ਨੇ ਆਪਾਂ ਹੈਬੀਟੇਟ ਦੀਆਂ। ਇਹ 3 ਕਾइंड ਦੀਆਂ ਨੇ ਜੀ। ਟੈਰਿਸਟਰੀਅਲ ਹੈਬਿਟੇਟ यानी कि लैंड, ਜ਼ਮੀਨ ਤੇ ਜਿਹੜੇ ਰਹਿਣ ਵਾਲੇ ਨੇ। एक्वैटिक यानी कि वाटर ਤੇ ਜਿਹੜੇ ਰਹਿਣ ਵਾਲੇ ਨੇ। एरियल ਜਿਹੜੇ कि ਹਵਾ ਦੇ ਜਾਂ ਦਰਖਤਾਂ ਤੇ ਰਹਿੰਦੇ ਨੇ। ਟੈਰਿਸਟਰੀਅਲ ਹੈਬਿਟੇਟ ਕੀ ਹੈ? ਟੈਰਾ ਮੀਨਸ ਲੈਂਡ। ਜਿਹੜੇ ਸਿਰਫ ਲੈਂਡ ਤੇ ਰਹਿੰਦੇ ਨੇ ਉਹਨਾਂ ਨੂੰ ਆਪਾਂ ਟੈਰਿਸਟਰੀਅਲ ਆਰਗੇਨਿਜ਼ਮ ਕਹਿੰਦੇ ਆ, ਜਿਸ ਤਰ੍ਹਾਂ ਕਿ ਡੈਜ਼ਰਟ ਦੇ ਵਿੱਚ, ਰੇਗਿਸਤਾਨ ਦੇ ਵਿੱਚ, ਗ੍ਰਾਸ ਲੈਂਡ ਦੇ ਵਿੱਚ, ਮਾਊਂਟੇਨ ਦੇ ਵਿੱਚ ਔਰ ਫੋਰੈਸਟ ਦੇ ਵਿੱਚ। ਐਕੁਐਟਿਕ ਜਿਹੜੇ ਕਿਹਦੇ ਵਿੱਚ ਰਹਿੰਦੇ ਨੇ? ਲੀਵਸ, ਪੌਂਡਸ, ਲੇਕ, ਰਿਵਰ ਤੇ ਓਸ਼ਨ ਦੇ ਵਿੱਚ, ਉਹਨਾਂ ਨੂੰ ਆਪਾਂ ਐਕੁਐਟਿਕ ਆਰਗੇਨਿਜ਼ਮ ਕਹਿੰਦੇ ਆ। ਇਹਦੇ ਵਿੱਚ ਓਸ਼ਨ, ਸੀਜ਼, ਸਰਟਨ ਲੇਕਸ ਆ ਜਾਣਗੀਆਂ, ਜਿਸ ਤਰ੍ਹਾਂ ਕਿ ਫਰੈਸ਼ ਵਾਟਰ ਹੈ, ਇਹ ਸਾਰੇ ਐਕੁਐਟਿਕ ਨੇ। ਐਰੀਅਲ ਦੇ ਵਿੱਚ ਜਿਹੜੇ ਹਵਾ ਦੇ ਵਿੱਚ ਰਹਿੰਦੇ ਨੇ, ਜਿਸ ਤਰ੍ਹਾਂ ਬਰਡਸ ਜਿਹੜੇ ਨੇ ਉਹ ਹਵਾ ਦੇ ਵਿੱਚ ਫਲਾਈ ਕਰਦੇ ਨੇ। ਸੋ ਇਹ ਕਿਹਦੇ 'ਚ ਆ ਗਈ ਜੀ? ਏਰੀਅਲ ਦੇ ਵਿੱਚ ਆ ਗਈ। ਹੁਣ ਮੰਕੀ ਜਿਹੜਾ ਹੈ ਉਹ ਆਪਣੇ ਟਰੀਜ਼ ਦੇ ਉੱਪਰ ਰਹਿੰਦਾ ਹੈ। ਅਡੈਪਟੇਸ਼ਨ ਇਨ ਆਰਗੇਨਿਜ਼ਮ, the ability of living things to adjust themselves to their surrounding is called adaptation. ਉਹ ਲਿਵਿੰਗ ਥਿੰਗਸ ਜਿਹੜੇ ਆਪਣੇ ਆਪ ਨੂੰ ਉਸ ਵਾਤਾਵਰਣ ਦੇ ਅਨੁਸਾਰ ਢਾਲ ਲੈਂਦੇ ਉਹਨਾਂ ਨੂੰ ਆਪਾਂ ਕੀ ਕਹਿੰਦੇ ਆ? ਅਡੈਪਟੇਸ਼ਨ। ਸੋ ਅਡੈਪਟੇਸ਼ਨ ਜਿਹੜੀ ਪਲਾਂਟਸ ਦੇ ਵਿੱਚ ਹੈ, ਜਿਸ ਤਰ੍ਹਾਂ ਕਿ ਤੁਸੀਂ ਇਹ ਦੇਖ ਰਹੇ ਹੋ ਕੈਕਟਸ, ਕੰਡਿਆਂ ਵਾਲੇ ਪੌਦੇ, ਇਹ ਡੈਜ਼ਰਟ ਏਰੀਆ ਦੇ ਵਿੱਚ ਰਹਿੰਦੇ ਨੇ। ਇਹਨਾਂ ਨੂੰ ਪਾਣੀ ਦੀ ਜਿਹੜੀ ਹੈ ਨਹੀਂ ਲੋੜ ਹੁੰਦੀ, ਇਹਨਾਂ ਨੂੰ ਜ਼ੀਰੋਫਾਈਟਸ ਵੀ ਕਹਿੰਦੇ ਨੇ, ਜਿਸ ਤਰ੍ਹਾਂ ਕਿ ਕੈਕਟਸ। ਔਰ ਜਿਹੜੇ ਪਾਣੀ ਦੇ ਵਿੱਚ ਰਹਿੰਦੇ ਨੇ ਉਹਨਾਂ ਨੂੰ ਆਪਾਂ ਕੀ ਕਹਿੰਦੇ ਆ? ਹਾਈਡਰੋਫਾਈਟਸ, ਜਿਸ ਤਰ੍ਹਾਂ ਹਾਈਡ੍ਰਿਲਾ ਔਰ ਲੋਟਸ। ਇਹ ਪਾਣੀ ਦੇ ਵਿੱਚ ਹੀ ਰਹਿੰਦੇ ਨੇ। ਇਹਨਾਂ ਦੀਆਂ ਜਿਹੜੀਆਂ ਰੂਟਸ ਹੈ ਉਹ ਵੀ ਪਾਣੀ ਦੇ ਵਿੱਚ ਹੀ ਰਹਿੰਦੀਆਂ ਨੇ ਔਰ ਇਹਨਾਂ ਦੀਆਂ ਜਿਹੜੀਆਂ ਸਟੈਮਸ ਹੈ ਉਹ ਫਲੈਕਸੀਬਲ ਹੁੰਦੀਆਂ ਨੇ ਔਰ ਇਹਨਾਂ ਦੇ ਜਿਹੜੇ ਪੱਤੇ ਹੈ, ਲੀਵਸ ਹੈ, ਉਹ ਵੈਕਸ ਕੋਟਡ ਹੁੰਦੇ ਆ, ਯਾਨੀ ਕਿ ਉਹ ਪਾਣੀ ਦੇ ਨਾਲ ਖਰਾਬ ਨਹੀਂ ਹੁੰਦੇ, ਇਹਨਾਂ ਦੀ ਕਲੀਅਰ ਹੁੰਦੀ ਹੈ ਵੈਕਸ ਤੇ। ਇਹ ਤੁਸੀਂ ਹਾਈਡ੍ਰਿਲਾ ਦਾ ਦੇਖ ਰਹੇ ਹੋ ਔਰ ਇਹ ਤੁਸੀਂ ਦੇਖਦੇ ਹੋ ਲੋਟਸ ਦਾ। ਨੈਕਸਟ ਹੈ ਜੀ ਅਡੈਪਟੇਸ਼ਨ ਇਨ ਐਨੀਮਲਸ। ਕੈਮਲ ਹੈ ਉਹ ਸ਼ਿਪ ਆਫ ਡੈਜ਼ਰਟ ਕਿਹਾ ਜਾਂਦਾ ਹੈ। ਉਹਦੇ ਤੇ ਸਵੈਟ ਗਲੈਂਡਸ ਨਹੀਂ ਹੁੰਦੀ, ਯਾਨੀ ਕਿ ਪਸੀਨਾ ਵਾਲੀਆਂ ਗਲੈਂਡਸ, ਯਾਨੀ ਕਿ ਪਸੀਨਾ ਨਹੀਂ ਆਉਂਦਾ ਔਰ ਉਹ ਬਹੁਤ ਜਿਹੜਾ ਹੈ ਲਿਟਲ ਯੂਰਿਨ ਪਾਸ ਆਊਟ ਕਰਦਾ ਹੈ, ਯਾਨੀ ਕਿ ਔਰ ਉਹਦੇ ਹੰਪ ਹੁੰਦਾ ਬੈਕ ਤੇ, ਕੁੱਬ ਹੁੰਦਾ ਹੈ, ਉਹਦੇ ਵਿੱਚ ਸਟੋਰ ਹੁੰਦੀ ਹੈ ਫੈਟ ਔਰ ਆਪਣਾ ਫੂਡ ਜਿਹੜਾ ਹੈ ਉਹ ਸਟੋਰ ਕਰਕੇ ਰੱਖਦਾ ਹੈ ਔਰ ਕਾਫੀ ਦਿਨ ਇਹ ਪਾਣੀ ਪੀਤੇ ਬਿਨਾ ਔਰ ਖਾਦੇ ਬਿਨਾ ਰਹਿ ਸਕਦਾ ਹੈ ਔਰ ਉਹਦੀ ਸਕਿਨ ਜਿਹੜੀ ਹੈ ਉਹ ਥਿਕ ਹੁੰਦੀ ਹੈ, ਮੋਟੀ ਹੁੰਦੀ ਹੈ, ਤਾਂ ਕਿ ਉਹ ਜਿਹੜੀ ਡੈਜ਼ਰਟ ਦੀ ਜਿਹੜੀ ਇੰਨੀ ਗਰਮੀ ਹੁੰਦੀ ਉਹਨੂੰ ਬਰਦਾਸ਼ਤ ਕਰ ਸਕਦਾ ਹੈ ਔਰ ਉਹਦੇ ਜਿਹੜੇ
ਟੋਜ਼ ਹੈ ਉਹ ਬਰੋਡ ਤੇ ਪੈਡਡ ਹੁੰਦੇ ਨੇ ਜਿਹਦੇ ਨਾਲ ਉਹ ਗਰਮ ਜਿਹੜੀ ਹੈ ਸੈਂਡ ਤੇ ਅੱਛੇ ਦੇ ਨਾਲ ਵਾਕ ਕਰ ਸਕਦਾ ਹੈ। ਅਡੈਪਟੇਸ਼ਨ ਜਿਹੜੀ ਹੈ ਪਾਣੀ ਦੇ ਵਿੱਚ ਜਿਹੜੇ ਐਨੀਮਲਸ ਰਹਿੰਦੇ ਨੇ, ਐਕੁਆਟਿਕ ਐਨੀਮਲ ਜਿਹੜੇ ਨੇ ਫਰੈਸ਼ ਵਾਟਰ ਔਰ ਮੈਰੀਨ ਫਾਰਮਸ ਹੁੰਦੇ ਨੇ ਜਿਹੜੇ ਕਿ ਸਮੁੰਦਰਾਂ 'ਚ ਵੀ ਰਹਿੰਦੇ ਨੇ। ਫਿਸ਼ ਤੇ ਜਿਹੜੇ ਵੇਲਸ ਨੇ ਇਹ ਐਗਜ਼ਾਮਪਲ ਐਕੁਆਟਿਕ ਐਨੀਮਲਸ ਦੀਆਂ। ਉਹਨਾਂ ਦੀ ਸਟੀਮ ਲਾਈਨ ਬੋਡੀ ਹੁੰਦੀ ਹੈ ਔਰ fins in fish and flippers in whales help them in swimming, ਉਹਨੂੰ ਹੈਲਪ ਕਰਦੀਆਂ ਨੇ। ਡਕਸ, ਇਹ ਡਕ ਦੇ ਪੈਰ ਹੈ, ਤੁਸੀਂ ਦੇਖਿਆ ਹੋਏਗਾ ਇਹ ਵੈਬ ਟਾਈਪ ਜਿਹੜੇ ਇਹਨਾਂ ਦੇ ਫੀਟ ਹੁੰਦੇ ਨੇ ਔਰ ਉਹਨਾਂ ਨੂੰ ਹੈਲਪ ਕਰਦੇ ਨੇ ਪਾਣੀ ਦੇ ਵਿੱਚ ਤੈਰਨ ਨੂੰ। ਇਹ ਇਹਦੇ ਸਟੀਮ ਲਾਈਨ ਜਿਹੜੀ ਹੈ ਬੋਡੀ ਹੈ ਫਿਸ਼ ਦੀ। ਅਡੈਪਟੇਸ਼ਨ ਇਨ ਫॉर ਫਲਾਈਟ ਇਨ ਬਰਡਸ, ਜਿਹੜੇ ਬਰਡਸ ਹੈ ਇਹਨਾਂ ਦੇ ਜਿਹੜੀਆਂ ਬੋਨਸ ਹੁੰਦੀਆਂ ਨੇ ਹਲਕੀਆਂ ਹੁੰਦੀਆਂ ਨੇ ਜਿਸ ਕਰਕੇ ਇਹ ਉੱਡ ਸਕਦੇ ਨੇ ਔਰ ਜਿਹੜੇ ਇਹਨਾਂ ਦੇ ਫੈਦਰਸ ਹੈ, ਜਿਹੜੇ ਖੰਭ ਹੈ, ਉਹ ਇਹਨਾਂ ਨੂੰ ਹੈਲਪ ਕਰਦੇ ਨੇ ਉੱਡਣ ਵਾਸਤੇ। ਅਡੈਪਟੇਸ਼ਨ ਇਨ ਐਨੀਮਲਸ ਲਿਵਿੰਗ ਇਨ ਵੈਰੀ ਕੋਲਡ ਏਰੀਆਜ਼, ਜਿਹੜੇ ਬਹੁਤ ਠੰਡਾ ਏਰੀਆ ਜਿੱਥੇ ਬਹੁਤ ਬਰਫ਼ ਹੁੰਦੀ ਹੈ ਉੱਥੇ ਪੈਂਗੁਇਨ ਔਰ ਪੋਲਰ ਬੇਅਰ ਰਹਿੰਦੇ ਨੇ ਕੋਲਡ ਏਰੀਆ ਦੇ ਵਿੱਚ। ਉਹਨਾਂ ਦੀ ਜਿਹੜੀ ਸਕਿਨ ਹੈ ਉਹ ਵੀ ਮੋਟੀ ਹੁੰਦੀ ਹੈ, ਫਰ ਹੁੰਦੀ ਹੈ, ਉਹਨੂੰ ਜਿਹੜੀ ਹੈ ਠੰਡ ਤੋਂ ਬਚਾਉਂਦੀ ਹੈ। ਯਾਕ ਦੇ ਜਿਹੜੇ ਹੈ ਲੰਬੇ ਲੰਬੇ ਬਾਲ ਹੁੰਦੇ ਨੇ ਜਿਹੜੇ ਉਹਨੂੰ ਗਰਮੀ ਦਿੰਦੇ ਨੇ। ਸੋ ਕੁਛ ਇਹੋ ਜਿਹੇ ਹੁੰਦੇ ਨੇ ਜਿਹੜੇ ਛੁਪ ਜਾਂਦੇ ਨੇ। ਦਿਸ winter sleep is called hibernation, example frog, lizard ਤੁਸੀਂ ਦੇਖਿਆ ਹੋਏਗਾ ਸਰਦੀਆਂ ਦੇ ਵਿੱਚ ਜਿਹੜੇ lizard ਹੈ ਉਹ ਅੰਦਰ ਛੁਪ ਜਾਂਦੇ ਨੇ ਹੋਲਸ ਵਗੈਰਾ ਦੇ ਵਿੱਚ, ਉਹਨੂੰ ਆਪਾਂ ਕੀ ਕਹਿੰਦੇ ਆ hibernation। ਸੋ ਇਹ ਸੀ ਤੁਹਾਡਾ ਚੈਪਟਰ 9। ਹੁਣ ਆਪਾਂ ਇਹਨਾਂ ਦੀਆਂ ਬਲੈਂਕਸ ਕਰਾਂਗੇ। ਦਾ ਰੈਸਪੀਰੇਟਰੀ ਆਰਗਨਸ ਆਫ ਫਿਸ਼, ਜਿਹਦੇ ਨਾਲ ਸਾਹ ਲੈਂਦੇ ਨੇ ਉਹਨਾਂ ਨੂੰ ਆਪਾਂ ਕੀ ਕਹਿੰਦੇ ਆ ਗਿਲਸ। ਇਨਵਾਇਰਮੈਂਟ ਦੋ ਚੀਜ਼ਾਂ ਨਾਲ ਮਿਲ ਕੇ ਬਣਿਆ ਹੈ, ਬਾਇਓਟਿਕ ਐਂਡ ਏਬਾਇਓਟਿਕ ਕੰਪੋਨੈਂਟ। ਸਨਲਾਈਟ ਜਿਹੜਾ ਹੈ ਉਹ ਏਬਾਇਓਟਿਕ ਹੈ। ਐਨੀਮਲਸ ਜਿਹੜੇ ਨੇ ਲੈਂਡ ਤੇ ਰਹਿੰਦੇ ਨੇ ਉਹਨਾਂ ਨੂੰ ਆਪਾਂ ਕਹਿੰਦੇ ਆ ਟੈਰਿਸਟਰੀਅਲ। ਆਲ ਲਿਵਿੰਗ being shows growth and reproduction, ਜਿੰਨੀਆਂ ਵੀ ਜੀਵ ਦੀਆਂ ਚੀਜ਼ਾਂ ਨੇ ਉਹਨਾਂ 'ਚ growth ਵੀ ਹੁੰਦੀ ਹੈ, reproduction ਵੀ ਹੁੰਦੀ ਹੈ। True or false? Cactus carry out photosynthesis using their stems. True. Camel's hump, camel ਦੇ ਉੱਪਰ ਜਿਹੜਾ ਹੰਪ ਹੁੰਦਾ ਹੈ ਉਹਦੇ ਵਿੱਚ ਸਟੋਰ ਕੀ ਹੁੰਦਾ ਫੂਡ ਔਰ ਵਾਟਰ। True. All green plants are consumer, ਜਿੰਨੇ ਵੀ green plants ਨੇ ਉਹ ਕੀ ਨੇ consumer। False ਹੈ, ਉਹਨਾਂ ਨੂੰ ਆਪਾਂ ਬੇਟਾ ਜੀ ਗ੍ਰੀਨ ਪਲਾਂਟ ਜਿਹੜੇ ਨੇ ਪ੍ਰੋਡਿਊਸਰ ਨੇ। ਬਾਇਓਟਿਕ ਕੰਪੋਨੈਂਟ ਕੰਸਿਸਟ ਆਫ ਵਾਟਰ, ਏਅਰ ਐਂਡ ਸੋਇਲ। ਬਾਇਓਟਿਕ ਕੰਪੋਨੈਂਟ ਦੇ ਵਿੱਚ ਵਾਟਰ, ਏਅਰ, ਸੋਇਲ ਨਹੀਂ ਆਉਂਦਾ, ਸੋ ਇੱਥੇ ਹੈ ਫਾਲਸ। ਕਾਲਮ A ਐਂਡ B। ਮੇਨ ਸੋਰਸ ਆਫ એનર્ਜੀ ਔਨ ਅਰਥ ਕਿਹੜਾ ਹੈ? ਕੌਣ ਧਰਤੀ ਤੇ ਸਾਨੂੰ એનર્ਜੀ ਦੇ ਰਿਹਾ ਹੈ? ਉਹਦਾ ਆਨਸਰ ਹੈ ਜੀ ਸਨ। ਐਰਬੋਰੀਅਲ ਮੰਕੀ ਯਾਨੀ ਕਿ ਉਹ ਦਰਖਤਾਂ ਦੇ ਵਿੱਚ ਰਹਿੰਦਾ ਹੈ। ਕੈਕਟਸ, ਵੈਕਸੀ ਕੋਟਿੰਗ ਔਨ ਸਟੈਮ। ਬਾਇਓਟਿਕ ਕੰਪੋਨੈਂਟ, ਬਾਇਓਟਿਕ 'ਚ ਪਲਾਂਟ ਔਰ ਐਨੀਮਲਸ ਆਉਂਦੇ ਨੇ। ਚੂਜ਼ ਦਾ ਕਰੈਕਟ ਆਂਸਰ। ਏਬਾਇਓਟਿਕ ਕੰਪੋਨੈਂਟ ਇਨਕਲੂਡ, ਏਬਾਇਓਟਿਕ ਕੰਪੋਨੈਂਟ ਦੇ ਵਿੱਚ ਕੀ ਪੜ੍ਹਿਆ ਆਪਾਂ? ਏਅਰ, ਵਾਟਰ ਤੇ ਸੋਇਲ। Cactus is a xerophyte। नेक्स्ट है जी हाइड्रोफाइट। हाइड्रोफाइट नेक्स्ट है जी हैव अ स्टीम लाइन बॉडी। फिश ਦੀ ਜਿਹੜੀ ਹੈ ਉਹ ਕੀ ਹੁੰਦੀ ਹੈ? ਸਟੀਮ ਲਾਈਨ ਬੋਡੀ। ਆਰਗੇਨਿਜ਼ਮ ਜਿਹੜੇ ਪਾਣੀ ਦੇ ਵਿੱਚ ਰਹਿੰਦੇ ਨੇ ਅਸੀਂ ਉਹਨਾਂ ਨੂੰ ਕੀ ਕਹਿੰਦੇ ਆ? ਐਕੁਆਟਿਕ ਐਨੀਮਲਸ। ਨੈਕਸਟ ਹੈ ਜੀ ਐਕਸਰਸਾਈਜ਼ ਆ ਗਈ। ਨੈਕਸਟ ਹੈ ਫਰਸਟ ਕੁਐਸਚਨ, ਡਿਫਾਈਨ ਹੈਬਿਟੇਟ। ਹੈਬਿਟੇਟ ਕਿਸ ਨੂੰ ਕਹਿੰਦੇ ਨੇ? ਦ ਪਲੇਸ ਵੇਅਰ ਲਿਵਿੰਗ ਥਿੰਗਸ ਲਿਵ ਇਜ਼ ਕਾਲਡ ਹੈਬਿਟੇਟ। ਜਿੱਥੇ ਲਿਵਿੰਗ ਬੀਇੰਗਸ ਰਹਿੰਦੇ ਨੇ ਜਾਂ ਉਹਨਾਂ ਨੂੰ ਆਪਾਂ ਹੈਬਿਟੇਟ ਕਹਿੰਦੇ ਆ। ਟੂ ਐਗਜ਼ਾਮਪਲ ਆਫ ਟੈਰਿਸਟਰੀਅਲ। ਟੈਰਿਸਟਰੀਅਲ ਔਰ ਐਕੁਆਟਿਕ ਐਨੀਮਲ। ਟੈਰਿਸਟਰੀਅਲ ਕੀ ਹੈ? ਟੈਰਿਸਟਰੀਅਲ ਦੇ ਵਿੱਚ ਹਿਊਮਨ, ਲਾਇਨ, ਕਾਊ। ਐਕੁਆਟਿਕ ਦੇ ਵਿੱਚ ਆ ਜਾਂਦਾ ਹੈ ਫਿਸ਼, ਵੇਲਸ, ਡੋਲਫਿਨ ਜਿਹੜੇ ਪਾਣੀ ਦੇ ਵਿੱਚ ਰਹਿੰਦੇ ਨੇ।
Next is it define adaptation. Adaptation की है the ability of living organism to change themselves according to their surroundings. ਜਿਹੜੇ ਲਿਵਿੰਗ ਆਰਗੇਨਿਜ਼ਮ ਆਪਣੇ ਆਪ ਨੂੰ ਵਾਤਾਵਰਣ ਦੇ ਅਨੁਸਾਰ ਢਾਲ ਲੈਂਦੇ ਨੇ ਉਹਨਾਂ ਨੂੰ ਆਪਾਂ ਕੀ ਕਹਿੰਦੇ ਆ ਅਡੈਪਟੇਸ਼ਨ ਵਟ ਆਰ ਪ੍ਰੋਡਿਊਸਰ ਕਿਹੜੇ ਨੇ ਜਿਹੜੇ ਆਪਣਾ ਖਾਣਾ ਆਪ ਬਣਾਉਂਦੇ ਨੇ the organism make their own food like green plants. What are biotic components? Biotic components ਵਿੱਚ ਕੀ ਦੱਸਿਆ ਸੀ ਮੈਂ ਪਲਾਂਟ ਔਰ ਐਨੀਮਲਸ ਤੇ ਮਾਈਕਰੋ ਆਰਗੇਨਿਜ਼ਮ ਜਿਹੜੇ ਨੇ ਉਹ ਆ ਜਾਂਦੇ ਨੇ ਸਾਡੇ ਬਾਇਓਟਿਕ ਕੰਪੋਨੈਂਟ ਦੇ ਵਿੱਚ ਨੈਕਸਟ ਹੈ ਜੀ ਸਕਵੈਂਜਰਸ ਔਰ ਡਿਕੰਪੋਜ਼ਰ ਦੀ ਡੈਫੀਨੇਸ਼ਨ ਜਿਹੜੇ ਆਰਗੇਨਿਜ਼ਮ ਡੈਡ ਔਰ ਆਰਗੇਨਿਜ਼ਮ ਨੂੰ ਖਾਂਦੇ ਨੇ ਉਹਨਾਂ ਨੂੰ ਆਪਾਂ ਕੀ ਕਹਿੰਦੇ ਆ ਸਕਵੈਂਜਰ ਜਿਸ ਤਰ੍ਹਾਂ ਵਲਚਰ ਡੌਗ ਕ੍ਰੋ ਔਰ ਜਿਹੜੇ ਡਿਕੰਪੋਜ਼ਰ ਕਿਹੜੇ ਨੇ ਜਿਹੜੇ ਸਿਰਫ ਡੈਡ ਆਰਗੇਨਿਜ਼ਮ ਨੂੰ ਖਾਂਦੇ ਨੇ ਉਹਨਾਂ ਨੂੰ ਆਪਾਂ ਡਿਕੰਪੋਜ਼ਰ ਕਹਿੰਦੇ ਆ ਨੈਕਸਟ what are two adaptive properties of fish ਦੀਆਂ ਕੋਈ properties ਦੱਸੋ ਫਿਸ਼ ਦੀ ਬੋਡੀ ਜਿਹੜੀ ਆ ਬੇਟਾ ਸਟ੍ਰੀਮਲਾਈਨ ਹੁੰਦੀ ਆ ਔਰ ਇਹਨਾਂ ਦੇ ਕੀ ਹੁੰਦੇ ਨੇ ਗਿਲਸ ਹੁੰਦੇ ਨੇ ਜਿਹੜੇ ਕਿ ਉਹਨਾਂ ਨੂੰ ਪਾਣੀ ਦੇ ਵਿੱਚ ਸਾਹ ਲੈਣ ਲਈ ਹੈਲਪ ਕਰਦੇ ਨੇ ਵਿਚ ਐਨੀਮਲ ਇਜ਼ ਕਾਲਡ ਡੈਜ਼ਰਟ ਸ਼ਿਪ ਕਿਹੜੇ ਐਨੀਮਲ ਨੂੰ ਆਪਾਂ ਜਿਹੜਾ ਰੇਗਿਸਤਾਨ ਦਾ ਜਹਾਜ਼ ਕਹਿੰਦੇ ਹਾਂ ਉਸ ਦਾ ਨਾਮ ਹੈ ਜੀ ਕੈਮਲ ਔਰ ਇਹਦੇ ਕਿਹੜੇ ਫੀਚਰਸ ਨੇ ਦੱਸਿਆ ਸੀਗਾ ਨੋ ਸਵੈਟ ਗਲੈਂਡ ਇਹਦੀਆਂ ਕੋਈ ਪਸੀਨਾ ਗ੍ਰੰਥੀਆਂ ਨਹੀਂ ਹੁੰਦੀਆਂ ਜਿਹਦੇ ਨਾਲ ਪਾਣੀ ਦਾ ਲੋਸ ਘੱਟ ਹੁੰਦਾ ਹੈ ਵਾਈਟ ਔਰ ਪੈਡਿਡ ਫੀਡ ਹੁੰਦੇ ਨੇ ਜਿਹੜੇ ਇਹਨੂੰ ਹੈਲਪ ਕਰਦੇ ਨੇ ਡੈਜ਼ਰਟ ਦੇ ਵਿੱਚ ਚੱਲਣ ਲਈ ਡਿਫਰੈਂਸ਼ੀਏਟ ਬਿਟਵੀਨ ਸਬਮਰਜਡ ਐਂਡ ਫਲੋਟਿੰਗ ਪਲਾਂਟਸ ਸਬਮਰਜਡ ਜਿਹੜੇ ਪਾਣੀ ਦੇ ਵਿੱਚ ਪੂਰੀ ਤਰ੍ਹਾਂ ਡੁੱਬੇ ਹੁੰਦੇ ਨੇ ਔਰ ਫਲੋਟਿੰਗ ਜਿਹੜੇ ਨੇ ਤੈਰਦੇ ਹੁੰਦੇ ਨੇ ਅੰਡਰ ਵਾਟਰ ਪਲਾਂਟਸ ਨੂੰ ਆਪਾਂ ਸਬਮਰਜਡ ਪਲਾਂਟ ਕਹਿੰਦੇ ਆ ਜਿਸ ਤਰ੍ਹਾਂ ਕਿ ਹਾਈਡ੍ਰਿਲਾ ਔਰ ਜਿਹੜੇ ਪਲਾਂਟ ਫਲੋਟ ਕਰਦੇ ਨੇ ਉਹਨਾਂ ਨੂੰ ਆਪਾਂ ਫਲੋਟਿੰਗ ਪਲਾਂਟ ਕਹਿੰਦੇ ਆ ਜਿਸ ਤਰ੍ਹਾਂ ਕਿ ਲੋਟਸ ਡੈਫੀਨੇਸ਼ਨ ਲੌਂਗ ਕੁਐਸਚਨ ਹੈ ਪ੍ਰੋਡਿਊਸਰ ਕੰਜ਼ਿਊਮਰ ਤੇ ਡਿਕੰਪੋਜ਼ਰ ਇਹ ਕੁਐਸਚਨ ਮੈਂ ਤੁਹਾਨੂੰ ਹੁਣੇ ਸਮਝਾ ਕੇ ਆਈ ਹਾਂ ਤੁਸੀਂ ਪੜ੍ਹ ਸਕਦੇ ਹੋ ਬਰੀਫਲੀ ਡਿਸਕਸ ਡਿਫਰੈਂਟ ਟਾਈਪਸ ਆਫ ਹੈਬਿਟੇਟ ਇਹ ਵੀ ਆਪਾਂ ਪੜ੍ਹਿਆ ਕਿ ਤਿੰਨ ਤਰ੍ਹਾਂ ਦੀਆਂ ਨੇ ਟੈਰਿਸਟਰੀਅਲ ਐਕੁਆਟਿਕ ਤੇ ਏਰੀਅਲ ਜਿਹੜੇ ਜ਼ਮੀਨ ਤੇ ਰਹਿੰਦੇ ਨੇ ਟੈਰਿਸਟਰੀਅਲ ਜਿਹੜੇ ਪਾਣੀ 'ਚ ਰਹਿੰਦੇ ਉਹਨਾਂ ਨੂੰ ਐਕੁਆਟਿਕ ਤੇ ਜਿਹੜੇ ਹਵਾ 'ਚ ਰਹਿੰਦੇ ਨੇ ਉਹਨਾਂ ਨੂੰ ਏਰੀਅਲ ਬਾਇਓਟਿਕ ਐਂਡ ਏਬਾਇਓਟਿਕ ਕੰਪੋਨੈਂਟਸ ਦੇ ਉੱਪਰ ਆਪਾਂ ਨੋਟ ਲਿਖਣਾ ਜਿਹੜੇ ਕੋਆਰਡੀਨੇਟ ਕਰਦੇ ਨੇ ਇੱਕ ਦੂਜੇ ਦੇ ਵਿੱਚ ਜਿਸ ਤਰ੍ਹਾਂ ਏਅਰ ਵਾਟਰ ਸੋਇਲ ਸਨਲਾਈਟ ਇਹ ਸਾਰੀਆਂ ਇੱਕ ਕਿਉਂਕਿ ਜਿਉਂਦੇ ਰਹਿਣ ਦੇ ਵਾਸਤੇ ਸਾਨੂੰ ਪਾਣੀ ਹਵਾ ਔਰ ਮਿੱਟੀ ਦੀ ਜ਼ਰੂਰਤ ਹੈ ਔਰ ਸਨਲਾਈਟ ਦੀ ਜ਼ਰੂਰਤ ਹੈ ਸੋ ਬਾਇਓਟਿਕ ਕੰਪੋਨੈਂਟ ਮੇਨਟੇਨ a balance of abiotic component difference between the living and non-living things living things ਜਿਹੜੇ ਨੇ ਮੂਵ ਕਰਦੇ ਨੇ non living things ਮੂਵ ਨਹੀਂ ਕਰਦੇ ਇਹ grow ਕਰਦੇ ਨੇ grow ਨਹੀਂ ਕਰਦੇ they need food they do not need food they can feel they can't feel they reproduce they do not reproduce they breed they do not breed example ਇਹਨਾਂ ਦੀਆਂ human animals ਔਰ ਇਹਨਾਂ ਦੀਆਂ chair pen or books so ਇਹ ਸੀ ਬੇਟਾ ਜੀ ਤੁਹਾਡਾ ਲੈਸਨ ਨੰਬਰ 9 ਹੋਪ ਤੁਹਾਨੂੰ ਸਮਝ ਆ ਗਿਆ ਹੋਵੇਗਾ ਮਿਲਦੇ ਹਾਂ ਨੈਕਸਟ ਚੈਪਟਰ ਦੇ ਵਿੱਚ ਥੈਂਕ ਯੂ